ਜਿਹੜੀ ਸਿੱਧੀ ਬਿਜਾਈ ਆ ਸਾਡੇ ਹਿਸਾਬ ਨਾਲ ਹਰੇਕ ਏਰੀਏ ਦੇ ਵਿੱਚ ਨਹੀਂ ਕਾਮਯਾਬ ਹੋਈ ਜਿੱਥੋਂ ਤੱਕ ਬੀਜੀ। ਇਹਦੇ ਵਿੱਚ ਸਭ ਤੋਂ ਵੱਧ ਸਮੱਸਿਆ ਤਾਂ ਨਦੀਨ ਦੀ ਆਈ ਸੀ। ਮੈਂ ਪਹਿਲਾਂ ਵੀ ਇਹਨਾਂ ਮਾਰਾਂ ਨੂੰ ਇੱਥੇ ਗੱਲ ਕਰਕੇ ਹਟੇ ਇਹਨਾਂ ਨਾਲ ਕਿ ਜ਼ੋਨ ਸਿਸਟਮ ਬਣਾਇਆ ਜਾਵੇ, ਏਰੀਆ ਦੇਖਿਆ ਜਾਵੇ। ਮੈਂ ਇਹਨਾਂ ਨੂੰ ਦੱਸਿਆ ਕਿ ਸਾਡਾ ਏਰੀਆ ਬੇਟ ਏਰੀਆ ਆ ਕਿ ਉੱਥੇ ਸਿੱਧੀ ਬਿਜਾਈ ਨਹੀਂ ਕਾਮਯਾਬ, ਇਹ ਫਸਲ ਨਹੀਂ ਬੀਜਣੀ ਚਾਹੁੰਦੇ। ਸਾਨੂੰ ਪਤਾ ਕਿ ਪਾਣੀ ਆ ਡੂੰਘੇ ਜਾ ਰਿਹਾ, ਸਾਡੇ ਪਾਣੀ ਆ, ਸਾਡੇ ਬੱਚਿਆਂ ਲਈ ਸਮੱਸਿਆ ਪੈਦਾ ਹੋਵੇਗੀ ਅੱਗੇ ਵਾਸਤੇ। ਸਾਡਾ ਜਿਹੜਾ ਭਵਿੱਖ ਆ ਉਹਨਾਂ ਵਾਸਤੇ ਅਸੀਂ ਪਾਣੀ ਖਤਮ ਕਰੀ ਜਾਂਦੇ ਹਾਂ। ਪਰ ਇੱਕ ਪਾਸੇ ਕੀ ਸਰਕਾਰਾਂ ਇਹ ਇੱਧਰ ਤਾਂ ਧਿਆਨ ਦੇਈ ਜਾਂਦੀਆਂ, ਜਿਹੜਾ ਸਾਡਾ ਨਹਿਰੀ ਪਾਣੀ ਉਹ ਕਿੱਥੇ ਆ? ਸੋਚਣ ਵਾਲੀ ਗੱਲ ਆ। ਜ਼ਮੀਨ ਤੇ ਵੀ ਆ, ਫਸਲ ਤੇ ਵੀ ਆ, ਉਹਦੇ ਨਾਲ ਜਿਹੜੀਆਂ ਉਹ ਬਿਮਾਰੀ ਕਿਹੜੀ ਵਧੀ ਉਹਦੇ ਨਾਲ? ਜੇ ਨਦੀਨ ਨਾਸ਼ਕ ਆਪਾਂ ਇੰਨੀ ਸਪਰੇਅ ਕਰਦੇ ਆ ਉਹਦੇ ਨਾਲ ਬਿਮਾਰੀ ਕਿਹੜੀ ਵਧੀ? ਅਲਰਜੀ 20-25 ਰੁਪਏ ਵਾਲਾ ਕਿਲੋ ਲਵਾ 200 ਕਿਲੋ ਨੂੰ ਵੇਚਣਾ ਝੋਨੇ ਕਰਕੇ ਹੀ ਵਿਕਦਾ ਆ। ਦਵਾਈਆਂ ਜਿੰਨੀਆਂ ਵਿਕਦੀਆਂ ਜੋ ਵੀ ਆ ਕਾਲਾ ਬਾਜ਼ਾਰੀ ਹੁੰਦੀ ਆ ਝੋਨੇ ਕਰਕੇ ਹੀ ਹੁੰਦੀ ਆ। ਆਮ ਫਸਲਾਂ ਹੋਰਾਂ ਜਿੰਨੀਆਂ ਨਹੀਂ ਸਪਰੇਆਂ ਵਰਤਦੀਆਂ। ਜਿਹੜਾ ਨੁਕਸਾਨ ਵਾਲੀ ਗੱਲ ਆ ਇਹ ਤਾਂ ਟੈਕਨੀਕਲੀ ਮਾਹਰ ਜ਼ਿਆਦਾ ਦੱਸਦੇ ਆ, ਪਰ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਜਦੋਂ ਦੀ ਅੱਗ ਨਹੀਂ ਲਾਉਂਦੇ ਚੂਹਾ ਬਹੁਤ। ਸਰਕਾਰ ਵੱਲੋਂ ਇੱਕ 1500 ਰੁਪਈਆ ਪ੍ਰਤੀ ਏਕੜ ਦਾ ਜਿਹੜਾ ਮੁਆਵਜ਼ਾ ਜਿਹੜਾ ਕਿਸਾਨ ਸਿੱਧੀ ਬਿਜਾਈ ਕਰੇਗਾ ਉਹ ਉਹਨੂੰ ਦਿੱਤਾ ਜਾਏਗਾ, ਕਿਉਂਕਿ ਕਿਸਾਨਾਂ ਦਾ ਆਪਣਾ ਤਜਰਬਾ ਜਿਹੜਾ ਉਹ ਵੀ ਸਾਡੇ ਨਾਲ ਸਾਂਝਾ ਕਰਦੇ ਨੇ ਔਰ ਬਹੁਤ ਸਾਰੀਆਂ ਸਮੱਸਿਆਵਾਂ ਜਦੋਂ ਕਿਸਾਨ ਸਾਨੂੰ ਦੱਸਦੇ ਨੇ ਔਰ ਉਹਨਾਂ ਦੇ ਵਿੱਚੋਂ ਕੋਈ ਨਵੀਂ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਉਹ ਅਸੀਂ ਆਪਣੇ ਪੰਜਾਬ ਸਰਕਾਰ ਨੂੰ ਔਰ ਖਾਸ ਤੌਰ ਤੇ ਜਿਹੜੇ ਸਾਡੇ ਡੀਸੀ ਸਾਹਿਬ ਦੇ ਥਰੂ ਜਾਂ ਸਿੱਧੀ ਆਪਣੇ ਡਾਇਰੈਕਟਰ ਐਗਰੀਕਲਚਰ ਨੂੰ ਅਸੀਂ ਉਹ ਭੇਜਦੇ ਹਾਂ ਔਰ ਸਮੱਸਿਆ ਦਾ ਕੋਸ਼ਿਸ਼ ਕਰਦੇ ਹਾਂ ਉਸ ਹੱਲ ਨਿਕਲੇ। ਉਹ ਖਰਚਾ ਅਸੀਂ ਘੱਟ ਤੋਂ ਘੱਟ ਰੱਖੀਏ ਤਾਂ ਕਿ 2 ਤੋਂ ਘੱਟ ਯੂਰੀਆ ਤੋਂ ਵੀ ਘੱਟ ਹੋਵੇ ਕੋਈ ਕਰੀ। ਉਹਦੇ 'ਚ ਮਤਲਬ ਕਿ ਮੈਂ ਇਸ ਕਰਕੇ ਕਹਿੰਦਾ ਵੀ ਹੁੰਦਾ ਨਹੀਂ ਆ, ਥੋੜਾ ਵੱਧ ਜਾਂਦਾ ਆ। ਪਰ ਕਈ ਵਾਰੀ ਉਹ 'ਚ ਕੀ ਹੁੰਦੇ ਕਿ ਸਪਰੇਆਂ ਵੀ ਕਰਨਾ ਪੈਂਦੇ, ਜੰਤਰ ਦੇ ਵੀ ਲੋਕੀ ਸਪਰੇਅ ਕਰਨਾ ਪੈਂਦੇ। ਇਹ ਥੋੜੀ ਬਹੁਤ ਜੰਤਰ ਹਲਕਾ ਰਹਿ ਜਾਂਦਾ ਤੇ ਉਹ 'ਚ ਕੋਈ ਗੱਲ ਨਹੀਂ ਆ, ਉਹ ਅਸੀਂ ਖੇਤ 'ਚ ਹੀ ਵਾਹਣਾ ਪੂਰਾ ਅਸਰ ਮਿਲ ਜਾਣਾ ਸਾਨੂੰ। ਲੇਕਿਨ ਅਸੀਂ ਖਰਚੇ ਵਧਾ ਕੇ ਉਹ ਤੋਂ ਯੂਰੀਆ ਲੈਣ ਦੇ ਆ ਤੇ ਉਹ 'ਚ ਜ਼ਿਆਦਾ ਫਾਇਦਾ ਹੋਵੇਗਾ। ਚੂਹਿਆਂ ਦਾ ਜਿਹੜਾ ਆ ਇਸ ਵੇਲੇ ਜਿਹੜਾ ਆਪਣਾ ਬੜਾ ਵਧੀਆ ਕਿਉਂਕਿ ਖੇਤ ਆਪਣੇ ਖਾਲੀ ਆ, ਇਸ ਵੇਲੇ ਆਪਾਂ ਉਹਨਾਂ ਕੰਟਰੋਲ ਕਰ ਸਕਦੇ ਹਾਂ। ਪਰ ਚੂਹਿਆਂ ਦਾ ਕੰਟਰੋਲ ਤਾਂ ਨਾ ਜੇ ਆਪਾਂ ਪਿੰਡ ਪੱਧਰ ਤੇ ਸਾਰੇ ਜਾਣੇ ਰਲ ਕੇ ਕਰਾਂਗੇ। ਪਾਣੀ ਨਹੀਂ ਇਹਨੂੰ ਨਾਲ ਲਾਉਣਾ। ਇਹ ਜਿਹੜਾ ਆਪਾਂ ਬਣਾ ਕੇ ਇਹਦੀ ਕੁੜੀਆਂ ਬਣਾ ਲਈਆਂ, ਕੁੜੀਆਂ 'ਚ 2-2 ਚਮਚੇ ਪਾ ਕੇ ਕੁੜੀਆਂ ਢੁੰਨੀਆਂ ਜਿਹੀਆਂ ਬੰਨ੍ਹ ਕੇ ਤੇ ਆਪਾਂ ਉਹ ਖੁੱਡਾਂ 'ਤੇ ਰੱਖ ਦਈਏ ਬਾਹਰ ਜਾਂ ਖੁੱਡਾਂ 'ਤੇ ਥੋੜ੍ਹੀ ਜਿਹੀ ਅੰਦਰ ਕਰਕੇ ਰੱਖ ਦਈਏ ਜਿਹੜੀਆਂ ਖੁੱਲ੍ਹੀਆਂ। ਸਵਾਗਤ, ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਪੰਜਾਬਾਂ ਦੀ ਧਰਤੀ ਪਾਣੀ ਪੀਣ ਯੋਗ ਇਸ ਵਕਤ ਨਹੀਂ ਬਚਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਹਰਾਂ ਵੱਲੋਂ ਕਿਹਾ ਰਿਹਾ ਕਿ ਪਾਣੀ ਜਿਹੜਾ ਆ ਉਹ ਕੁਝ ਸਾਲਾਂ ਦਾ ਬਚਿਆ ਆ। ਖੇਤੀ ਨੂੰ ਲੈ ਕੇ ਆਰਥਿਕ ਮਾਹਰ, ਖੇਤੀ ਮਾਹਰ ਇਸ ਲਈ ਬੜੇ ਚਿੰਤਤ ਨੇ। ਕਿਸਾਨ ਖੁਦ ਵੀ ਚਾਹੁੰਦੇ ਨੇ ਕਿ ਜਿਹੜੀ ਫਸਲ ਸਾਡੀ ਪੰਜਾਬ ਦੀ ਹੈ ਨਹੀਂ ਸੀ ਉਹ ਸਾਡੇ ਗਲ ਪੈ ਗਈ, ਝੋਨੇ ਦੀ ਫਸਲ, ਉਹਦੇ ਵਿੱਚੋਂ ਨਿਕਲਿਆ ਕਿੱਦਾਂ ਜਾਵੇ। ਇਹਨੂੰ ਲੈ ਕੇ ਖੇਤੀ ਡਿਪਾਰਟਮੈਂਟ ਵੱਡੇ ਪੱਧਰ ਤੇ ਸੈਮੀਨਾਰ ਕੈਂਪ ਲਾ ਰਿਹਾ। ਅੱਜ ਨੂਰਮਹਿਲ ਜ਼ਿਲ੍ਹਾ ਜਲੰਧਰ ਦਾ ਇਤਿਹਾਸਕ ਸ਼ਹਿਰ ਨੂਰਮਹਿਲ ਵਿਖੇ ਖੇਤੀ ਅਫਸਰਾਂ ਵੱਲੋਂ ਕੈਂਪ ਲਾਇਆ ਗਿਆ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੀ ਬਿਜਾਈ ਵਾਸਤੇ ਤੇ ਝੋਨੇ ਦੇ ਜਿਹੜੇ ਦੂਸਰੇ ਢੰਗ ਪੁਰਾਣੇ ਤਰੀਕੇ ਨਾਲ ਬੀਜਿਆ ਜਾਂਦਾ ਉਹਦੇ ਵਿੱਚ ਕਿੱਦਾਂ ਪਾਣੀ ਦੀ ਬਚਤ ਕੀਤੀ ਜਾਂਦੀ। ਸਾਡੇ ਨਾਲ ਖੇਤੀ ਅਫਸਰ ਨੇ, ਉਹਨਾਂ ਨਾਲ ਕਰਦੇ ਗੱਲਬਾਤ ਕਿ ਅੱਜ ਦਾ ਕੈਂਪ ਦਾ ਮੁੱਖ ਮਕਸਦ ਹੋਰ ਕੀ ਗੱਲਾਂ ਨੂੰ ਲੈ ਕੇ ਵੀਰ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਕੀ ਅੱਜ ਦਾ ਮਕਸਦ ਸੀਗਾ ਜੀ ਸਾਡਾ? ਕਿਉਂਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਝੋਨੇ ਦੀ ਜਿਹੜੀ ਹੈ ਉਹਦੇ ਵਾਸਤੇ ਜ਼ੋਰ ਦਿੱਤਾ ਜਾ ਰਿਹਾ, ਕਿਉਂਕਿ ਵਿਭਾਗ ਵੱਲੋਂ ਪਿਛਲੇ ਸਮੇਂ ਵੀ ਅਸੀਂ ਜ਼ੋਰ ਦਿੰਦੇ ਰਹੇ ਹਾਂ ਔਰ ਕਿਸਾਨਾਂ ਵੱਲੋਂ ਬਹੁਤ ਸਾਰਾ ਹੰਗਾਰਾ ਵੀ ਸਾਨੂੰ ਦਿੱਤਾ ਗਿਆ। ਔਰ ਮੇਨ ਸਾਡਾ ਜਿਹੜਾ ਮਕਸਦ ਆ, ਕਿਉਂਕਿ ਸਾਡੇ ਬਲਾਕ ਪੱਧਰ ਜਿਹੜੇ ਕੈਂਪ ਔਰ ਪਿੰਡ ਪੱਧਰ ਜਿਹੜੇ ਕੈਂਪ ਲੱਗ ਰਹੇ ਨੇ ਉਹਦੇ ਵਿੱਚ ਅਸੀਂ ਮੇਨ ਜਿਹੜਾ ਜ਼ੋਰ ਦੇ ਰਹੇ ਹਾਂ ਕਿਸਾਨਾਂ ਨੂੰ, ਕਿਉਂਕਿ ਸਰਕਾਰ ਵੱਲੋਂ ਇੱਕ 1500 ਰੁਪਈਆ ਪ੍ਰਤੀ ਏਕੜ ਦਾ ਜਿਹੜਾ ਮੁਆਵਜ਼ਾ ਜਿਹੜਾ ਕਿਸਾਨ ਸਿੱਧੀ ਬਿਜਾਈ ਕਰੇਗਾ ਉਹ ਉਹਨੂੰ ਦਿੱਤਾ ਜਾਏਗਾ। ਸੋ ਉਸ ਬਾਰੇ ਅਸੀਂ ਜਾਗਰੂਕ ਕਰ ਰਹੇ ਹਾਂ, ਕਿਸਾਨਾਂ ਨੂੰ ਦੱਸ ਰਹੇ ਹਾਂ ਵੀ ਕਿਵੇਂ ਅਸੀਂ ਕਿਹੜੀਆਂ ਜ਼ਮੀਨਾਂ 'ਤੇ ਅਸੀਂ ਜਿਹੜੀ ਸਿੱਧੀ ਬਿਜਾਈ ਕਰਨੀ ਹੈ ਔਰ ਕਿਵੇਂ ਕਰਨੀ ਹੈ ਔਰ ਤਕਨੀਕੀ ਪੱਖ ਜਿਹੜੇ ਸਾਰੇ ਪਹਿਲੂਆਂ ਤੋਂ ਕਿਸਾਨਾਂ ਨੂੰ ਜਾਣੂ ਕਰਾ ਰਹੇ ਹਾਂ। ਔਰ ਕਿਉਂਕਿ ਜਦੋਂ ਇਸ ਬਾਰੇ 1500 ਰੁਪਈਆ ਕਿਵੇਂ ਮਿਲਣਾ ਉਹ ਵੀ ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹ ਸਭ ਤੋਂ ਪਹਿਲਾਂ ਸਾਨੂੰ ਪੋਰਟਲ 'ਤੇ ਆਪਣੇ ਆਪ ਨੂੰ ਆਧਾਰ ਕਾਰਡ ਲੈ ਕੇ ਰਜਿਸਟਰ ਕਰਨਾ ਆਪਣੇ ਆਪ ਨੂੰ, ਔਰ ਰਜਿਸਟਰ ਤੋਂ ਬਾਅਦ ਔਰ ਕਿਸਾਨਾਂ ਨੇ ਜਿਨ੍ਹਾਂ ਨੇ ਸਿੱਧੀ ਬਿਜਾਈ ਕਰਨੀ ਹੈ ਸਿੱਧੀ ਬਿਜਾਈ ਕਰਕੇ ਔਰ ਉਹਦੇ ਵਿੱਚ ਆਪਾਂ ਫੀਡ ਕਰਕੇ ਸਾਰੇ ਵਿਭਾਗ ਨੂੰ ਸੂਚਿਤ ਕਰਨਾ ਔਰ ਉਹ ਬਕਾਇਦਾ ਉਹਦੀ ਵੈਰੀਫਿਕੇਸ਼ਨ ਹੋਏਗੀ। ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਉਹ ਕਿਸਾਨਾਂ ਦੇ ਜਿਹੜੇ ਖਾਤੇ 'ਚ ਪੈਸੇ ਦਿੱਤੇ ਜਾਣਗੇ। ਕਿਸਾਨਾਂ ਦਾ ਅਕਸਰ ਇਹ ਹੁੰਦਾ ਆ ਵੀ ਉੱਥੇ ਜਿਹੜੇ ਬਾਬੂ ਬੈਠ ਕੇ ਟੇਬਲ ਤੇ ਸਕੀਮਾਂ ਬਣਾ ਕੇ ਸਰਕਾਰ ਨੂੰ ਭੇਜਦੇ, ਉਹਨਾਂ ਦਾ ਖੇਤੀ ਦਾ ਥੱਲੇ ਗਰਾਊਂਡ ਤੇ ਤਜਰਬਾ ਨਹੀਂ ਹੁੰਦਾ। ਪਰ ਤੁਸੀਂ ਉਹ ਅਫਸਰ ਹੋ ਜਿਨ੍ਹਾਂ ਦਾ ਕਿਸਾਨਾਂ ਨਾਲ ਵੀ ਰਾਬਤਾ ਤੇ ਗਾਂ ਅਫਸਰਾਂ ਨਾਲ ਵੀ, ਜਿਹੜੀਆਂ ਕਿਸਾਨਾਂ ਨੂੰ ਸਮੱਸਿਆਵਾਂ 2-4 ਹੋਣਾ ਪੈਂਦਾ, ਜਿਹੜੀਆਂ ਗਰਾਊਂਡ ਤੇ ਮੁਸ਼ਕਲਾਂ ਆਉਂਦੀਆਂ, ਕੀ ਫਿਰ ਤੁਸੀਂ ਉਹਨਾਂ ਦੀ ਰਿਪੋਰਟ ਸਰਕਾਰ ਨੂੰ ਭੇਜੋਗੇ? ਬਿਲਕੁਲ ਜੀ, ਜਿਹੜੇ ਕਿਸਾਨਾਂ ਵੱਲੋਂ ਸਾਨੂੰ ਬਹੁਤ ਵਧੀਆ ਇਹ ਨਹੀਂ ਵੀ ਅਸੀਂ ਤਕਨੀਕੀ ਗਿਆਨ ਦੇ ਕੇ ਕਿਸਾਨਾਂ ਨੂੰ ਚੱਲ ਜਾਂਦੇ ਹਾਂ, ਕਿਉਂਕਿ ਕਿਸਾਨਾਂ ਦਾ ਆਪਣਾ ਤਜਰਬਾ ਜਿਹੜਾ ਉਹ ਵੀ ਸਾਡੇ ਨਾਲ ਸਾਂਝਾ ਕਰਦੇ ਨੇ ਔਰ ਬਹੁਤ ਸਾਰੀਆਂ ਸਮੱਸਿਆਵਾਂ ਜਦੋਂ ਕਿਸਾਨ ਸਾਨੂੰ ਦੱਸਦੇ ਨੇ
ਔਰ ਉਹਨਾਂ ਦੇ ਵਿੱਚੋਂ ਕੋਈ ਨਵੀਂ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਅਸੀਂ ਆਪਣੇ ਪੰਜਾਬ ਸਰਕਾਰ ਨੂੰ ਔਰ ਖ਼ਾਸ ਤੌਰ ਤੇ ਜਿਹੜੇ ਸਾਡੇ ਡੀਸੀ ਸਾਹਿਬ ਦੇ ਥਰੂ ਜਾਂ ਸਿੱਧੀ ਆਪਣੇ ਡਾਇਰੈਕਟਰ ਐਗਰੀਕਲਚਰ ਨੂੰ ਅਸੀਂ ਉਹ ਭੇਜਦੇ ਹਾਂ ਔਰ ਸਮੱਸਿਆ ਦਾ ਕੋਸ਼ਿਸ਼ ਕਰਦੇ ਹਾਂ ਉਸ ਹੱਲ ਨਿਕਲੇ। ਆਉਣ ਵਾਲੇ ਸਮੇਂ ਵਿੱਚ ਹੋਰ ਕਿਹੜੀਆਂ ਫਸਲਾਂ ਦੇ ਉੱਤੇ MSP ਆਉਣ ਦੇ ਸਾਰ ਹੈਗੇ ਨੇ? ਦੇਖੋ MSP ਇੱਕ ਜਿਹੜਾ ਅਨਾਉਂਸ ਕਰਨਾ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ। ਇਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਕਿਹੜੀ ਕਿਹੜੀ ਫਸਲ ਤੇ ਉਹ ਅਨਾਉਂਸ ਕਰਨਗੇ, ਲੇਕਿਨ ਫਿਲਹਾਲ ਜਿਹੜਾ ਸਾਡਾ ਜਿਹੜਾ ਹੁਣ ਪਿੱਛੇ ਮੂੰਗੀ ਦੀ ਜਿਹੜੀ ਫਸਲ ਉਹ ਤੇ ਅਨਾਉਂਸ ਕੀਤਾ ਔਰ ਸਾਡਾ ਮੇਨ ਮਕਸਦ ਇਹ ਆ ਵੀ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਖੇਤੀ ਖਰਚੇ ਜਿਹੜੇ ਬਹੁਤ ਵਧੇ ਨੇ, ਖੇਤੀ ਖਰਚੇ ਕਿਵੇਂ ਘਟਾਉਣੇ ਨੇ, ਕਿਉਂਕਿ ਪਿਛਲੇ ਸਮੇਂ 'ਚ ਕਿਸਾਨ ਜਿਹੜੇ ਸੀ ਬਲੋੜੀਆਂ ਖਾਦਾਂ ਜਾਂ ਕੀੜੇਮਾਰ ਦਵਾਈਆਂ ਜਿਹੜੀਆਂ ਵਰਤਦੇ ਸੀ ਔਰ ਬਹੁਤ ਸਾਰੇ ਜਿਹੜੇ ਖੇਤੀ ਖਰਚੇ ਜਿਹੜੇ ਇਹਦੇ ਨਾਲ ਵੱਧ ਜਾਂਦੇ ਸੀ ਔਰ ਕਿਉਂਕਿ ਝਾੜ ਜਿਹੜਾ ਬਰਕਰਾਰ ਹੈ ਪਿਛਲੇ ਸਮੇਂ ਤੋਂ, ਉਹ ਅਸੀਂ ਝਾੜ ਨੂੰ ਕਿਵੇਂ ਵਧਾਉਣਾ, ਤਕਨੀਕੀ ਪੱਖ ਦੇ ਕੇ ਉਹਦੀ ਕੁਆਲਿਟੀ ਕਿਵੇਂ ਬਰਕਰਾਰ ਰੱਖਣੀ ਹੈ ਔਰ ਨਾਲ ਦੀ ਨਾਲ ਅਸੀਂ ਕਿਵੇਂ ਉਹਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨਾ, ਇਹ ਸਾਡਾ ਮੇਨ ਜਿਹੜਾ ਮਕਸਦ ਹੈ। ਖੇਤੀ ਮਾਹਰਾਂ ਨੇ ਆਪਣਾ ਕੈਂਪ ਲਾਇਆ ਤੇ ਕੈਂਪ ਲਾਉਣ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਉਹਨਾਂ ਨੇ ਦੁੱਖ ਵੀ ਸੁਣੇ ਨੇ, ਮੁਸ਼ਕਲਾਂ ਸੁਣੀਆਂ ਆ। ਕਿਸਾਨਾਂ ਨਾਲ ਵੀ ਗੱਲ ਕਰਦੇ ਕਿ ਜਿਹੜੀ ਸਿੱਧੀ ਬਿਜਾਈ ਦਾ ਕਨਸੈਪਟ ਆਇਆ ਆ ਤੇ ਉਹ ਕਨਸੈਪਟ ਦੇ ਵਿੱਚ ਕਿਸਾਨ ਇਸ ਵਾਰੀ ਕਿੰਨਾ ਹਿੱਸਾ ਲੈ ਰਹੇ। ਚਾਹੇ ਮੂੰਗੀ ਦਾ ਸਮਾਂ ਲੰਘ ਚੁੱਕਾ ਪਰ ਲੋਕਾਂ ਦੇ ਵਿੱਚ ਥੋੜੀ ਜਾਗਰਤੀ ਜ਼ਰੂਰ ਆਈ ਆ। ਸਾਡੇ ਨਾਲ ਕਿਸਾਨ ਵੀਰ ਆ, ਇਹਨਾਂ ਨੂੰ ਪਤਾ ਲੱਗਾ ਕਿ ਇਹ 5-7 ਸਾਲ ਤੋਂ ਬਿਲਕੁਲ ਨਾੜ ਨੂੰ ਅੱਗ ਨਹੀਂ ਲਾਉਂਦੇ, ਇਸੇ ਤਰ੍ਹਾਂ ਫਸਲਾਂ ਬੀਜਦੇ ਨੇ। ਤੇ ਕੀ ਵੀਰ ਜੀ ਸੋਚਦੇ ਆ ਵੀ ਜਿਹੜਾ 1500 ਰੁਪਈਆ ਸਿੱਧੀ ਬਿਜਾਈ ਦਾ ਦਿੱਤਾ ਵੀ ਇਹ ਕਨਸੈਪਟ ਕਾਮਯਾਬ ਹੋ ਜਾਊਗਾ? ਜਿਹੜੀ ਸਿੱਧੀ ਬਿਜਾਈ ਆ ਸਾਡੇ ਹਿਸਾਬ ਨਾਲ ਹਰੇਕ ਏਰੀਏ ਦੇ ਵਿੱਚ ਨਹੀਂ ਕਾਮਯਾਬ ਹੋਈ ਜਿੱਥੋਂ ਤੱਕ ਬੀਜੀ। ਇਹਦੇ ਵਿੱਚ ਸਭ ਤੋਂ ਵੱਧ ਸਮੱਸਿਆ ਤਾਂ ਨਦੀਨ ਦੀ ਆਈ ਸੀਗੀ। ਇਹਦੇ ਵਿੱਚ ਮਾਹਰਾਂ ਨੇ ਦੱਸਿਆ, ਪਰ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਜ਼ਮੀਨ ਦੇ ਉੱਪਰ ਸਪਰੇਆਂ ਘੱਟ ਕਰਨੀਆਂ ਚਾਹੀਦੀਆਂ। ਉਹਦੇ ਵਿੱਚ ਸਾਨੂੰ ਕੀ ਹੋ ਰਿਹਾ ਕਿ ਜਦੋਂ ਨਦੀਨ ਦੀ ਸਮੱਸਿਆ ਆਉਂਦੀ ਬਾਰ-ਬਾਰ ਸਪਰੇਅ ਕਰਨੀ ਪੈਂਦੀ ਆ, ਕਾਫੀ ਸਮੱਸਿਆ ਆ ਰਹੀ ਆ। ਫਿਰ ਉਹ ਜਿਹੜੀ ਸਿੱਧੀ ਬਿਜਾਈ ਆ ਉਹਦੀ ਫਸਲ ਜਿਹੜੀ ਆ ਉਹਦੇ ਵਾਸਤੇ ਖਾਦ ਵੀ ਵੱਧ ਚਾਹੀਦੀ ਆ, ਉਹਨੂੰ ਹੋਰ ਤੱਤਾਂ ਦੀ ਕਮੀ ਉਹਦੇ ਵਾਸਤੇ ਸਪਰੇਅ ਕਰਨੀ ਪੈਂਦੀ ਹੈਗੀ ਕਾਫੀ। ਮੈਂ ਪਹਿਲਾਂ ਵੀ ਇਹਨਾਂ ਮਾਹਰਾਂ ਨੂੰ ਇੱਥੇ ਗੱਲ ਕਰਕੇ ਹਟੇ ਇਹਨਾਂ ਨਾਲ ਕਿ ਜ਼ੋਨ ਸਿਸਟਮ ਬਣਾਇਆ ਜਾਵੇ, ਏਰੀਆ ਦੇਖਿਆ ਜਾਵੇ। ਮੈਂ ਇਹਨਾਂ ਨੂੰ ਦੱਸਿਆ ਕਿ ਸਾਡਾ ਏਰੀਆ ਬੇਟ ਏਰੀਆ ਆ ਕਿ ਉੱਥੇ ਸਿੱਧੀ ਬਿਜਾਈ ਨਹੀਂ ਕਾਮਯਾਬ। ਬਾਰਿਸ਼ ਹੋ ਗਈ, ਝੋਨਾ ਮਰ ਜਾਣਾ। 2 ਫਸਲਾਂ ਮਰ ਚੁੱਕੀਆਂ ਪਿਛਲੀ, ਝੋਨਾ ਔਰ ਕਣਕ, ਕੋਈ ਮੁਆਵਜ਼ਾ ਨਹੀਂ ਹਜੇ ਤੱਕ ਮਿਲਿਆ ਉਹਦਾ। ਅਸੀਂ ਕਿਹਾ ਜ਼ੋਨ ਸਿਸਟਮ ਬਣਾਓ ਔਰ ਹਰੇਕ ਫਸਲ ਜਿਹੜੀ ਆ ਹਰੇਕ ਫਸਲ ਤੇ MSP ਦਿਓ, ਉਹਦੀ ਖਰੀਦਣ ਦੀ ਗਾਰੰਟੀ ਦਿਓ। ਅਸੀਂ ਤਾਂ ਆਪ ਝੋਨਾ ਛੱਡਣਾ ਚਾਹੁੰਦੇ ਆ ਕਿ ਛੱਡੀਏ ਇਹਨੂੰ, ਔਰ ਪਰ ਫਸਲ ਕੀ ਕਿਸਾਨ ਕੋਲ ਤੋੜ ਹੈ ਨਹੀਂ ਇਹਦਾ ਕੋਈ ਵੀ ਹੋਰ। ਇਹ ਫਸਲ ਨਹੀਂ ਬੀਜਣੀ ਚਾਹੁੰਦੇ। ਸਾਨੂੰ ਪਤਾ ਕਿ ਪਾਣੀ ਆ ਡੂੰਘੇ ਜਾ ਰਹੇ ਸਾਡੇ ਪਾਣੀ ਆ, ਸਾਡੇ ਬੱਚਿਆਂ ਲਈ ਸਮੱਸਿਆ ਪੈਦਾ ਹੋਵੇਗੀ ਅੱਗੇ ਵਾਸਤੇ। ਸਾਡਾ ਜਿਹੜਾ ਭਵਿੱਖ ਆ ਉਹਨਾਂ ਵਾਸਤੇ ਅਸੀਂ ਪਾਣੀ ਖਤਮ ਕਰੀ ਜਾਂਦੇ ਆ। ਪਰ ਇੱਕ ਪਾਸੇ ਕੀ ਸਰਕਾਰਾਂ ਇਹ ਇੱਧਰ ਤਾਂ ਧਿਆਨ ਦੇਈ ਜਾਂਦੀਆਂ, ਜਿਹੜਾ ਸਾਡਾ ਨਹਿਰੀ ਪਾਣੀ ਉਹ ਕਿੱਥੇ ਆ? ਚਲੋ ਇਹ ਤਾਂ ਮੰਨਦੇ ਆ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪਾਸੇ ਸੋਚਿਆ ਕੁਝ ਨਹੀਂ ਜਾਂਦਾ ਵੀ ਇਹ ਸਰਕਾਰ ਨੇ ਥੋੜਾ ਇਨੀਸ਼ੀਏਟਿਵ ਲਿਆ। ਇਹ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ 2-4 ਫਸਲਾਂ ਦੇ ਉੱਪਰ ਆ ਜਾਵੇ MSP ਤੇ ਬਦਲ ਤਾਂ ਹੋ ਸਕਦਾ ਨਾ। ਬਿਲਕੁਲ ਹੋ ਸਕਦਾ ਜੀ ਬਦਲ। ਜੇ ਸਰਕਾਰ ਆਪਣੇ ਵਾਅਦਿਆਂ ਤੇ ਖੜਦੀ ਆ, MSP ਦਿੰਦੀ ਆ ਔਰ ਫਸਲ ਖਰੀਦਣ ਦੀ ਗਾਰੰਟੀ ਦਿੰਦੀ ਹੈਗੀ ਆ ਕਿ ਮੂੰਗੀ ਤੇ MSP ਦੇਤੀ, ਇਸ ਵਾਰੀ ਪਤਾ ਲੱਗ ਜੂਗਾ ਕਿ ਕਿੰਨੀ ਕੁ ਸਰਕਾਰ ਉਹਨੂੰ ਖਰੀਦਦੀ ਹੈਗੀ ਆ। ਹੋਰ ਫਸਲਾਂ ਤੇ MSP ਦੇਣ, MSP ਮੱਕੀ ਤੇ ਵੀ ਹੈਗੀ ਅੱਗੇ, ਪਰ ਕਦੋਂ ਮਿਲਦੀ ਹੈਗੀ ਆ? ਨਹੀਂ ਮਿਲਦੀ ਹੈਗੀ। ਮੱਕੀ ਜੇ ਘੱਟ ਆ ਤਾਂ ਉਹ ਰੇਟ 2000 ਰੁਪਈਆ ਵੀ ਚੱਲ ਜਾਂਦਾ, ਪਰ ਕੋਈ ਮੱਕੀ ਜ਼ਿਆਦਾ ਹੋ ਜਾਂਦੀ ਤੇ 1000 ਰੁਪਏ ਵੀ ਵਿਕਦੀ ਹੈਗੀ ਆ। ਪਰ ਸਰਕਾਰ ਇੱਥੇ ਨਹੀਂ ਨਾ, ਸਰਕਾਰ ਪੱਕੀ MSP ਔਰ ਖਰੀਦਣ ਦੀ ਗਾਰੰਟੀ ਦੇਵੇ। ਕਣਕ ਝੋਨਾ ਛੱਡ ਦਾਂਗੇ, ਸਾਰੇ ਕਿਸਾਨ ਛੱਡਣਾ ਚਾਹੁੰਦੇ ਆ। ਕਿਵੇਂ ਤਜਰਬਾ ਰਿਹਾ ਤੁਹਾਡਾ ਜਿਹੜਾ ਤੁਸੀਂ ਅੱਗ ਨਹੀਂ ਲਾਉਂਦੇ ਹੈਗੇ ਨਾੜ ਨੂੰ, ਉਹ ਤਜਰਬਾ ਕਿਵੇਂ ਰਿਹਾ? ਉਹ ਤਜਰਬਾ ਬਹੁਤ ਵਧੀਆ ਜੀ। ਅਸੀਂ 5-6 ਸਾਲ ਤੋਂ ਜਿਹੜੀ ਆ ਆਪਣੀ ਝੋਨੇ ਦੀ ਪਰਾਲੀ ਔਰ ਕਣਕ ਦਾ ਜਿਹੜਾ ਨਾੜ ਹੈਗਾ ਨਹੀਂ ਲਾ ਰਹੇ ਹੈਗੇ। ਚਲੋ ਇਹਨਾਂ ਜਿਹੜਾ ਵਾਤਾਵਰਨ ਤਾਂ ਆਪਣਾ ਸਾਫ਼ ਹੁੰਦਾ ਹੀ ਹੈਗਾ ਆ, ਔਰ ਪਰ ਫਸਲ ਦੇ ਵਿੱਚ ਵੀ ਉਹਦੇ ਨਾਲ ਸਾਨੂੰ ਵਧੀਆ ਰਿਜ਼ਲਟ ਮਿਲਿਆ ਹੈਗਾ ਆ ਕਿ ਰਿਜ਼ਲਟ ਮਿਲਣ ਕਰਕੇ ਹੀ ਸਾਨੂੰ ਚੰਗਾ ਲੱਗਾ। ਪਰ ਅਸੀਂ ਬਾਕੀ ਆਪਣੇ ਵੀਰਾਂ ਨੂੰ ਵੀ ਇਹੀ ਕਹਿੰਦੇ ਆ ਕਿ ਜੇ ਅਸੀਂ ਆਪਣਾ ਕੁਝ ਵੀ ਅਸੀਂ ਆਪਣੇ ਕਲਚਰ ਲਈ ਕਰਨਾ ਚਾਹੁੰਦੇ ਆ ਤੇ ਸਾਨੂੰ ਵੀ ਕੁਝ ਨਾ ਕੁਝ ਇਹਦੇ ਵਿੱਚ ਸੋਧ ਕਰਨੀ ਪੈਣੀ ਹੈਗੀ ਆ ਔਰ ਅਸੀਂ ਇਹ ਤੋਂ ਵੀ ਅੱਗ ਨਾ ਲਾਈਏ। ਚਲੋ ਠੀਕ ਆ, ਸਮੱਸਿਆ ਥੋੜੀ ਵਾਲੀ ਆਉਂਦੀ ਹੈਗੀ ਆ ਕਿ ਮਸ਼ੀਨਰੀ ਕਿਸੇ ਕੋਲ ਛੋਟੀ ਹੈਗੀ ਆ, ਪਰ ਅਸੀਂ ਜਿਸ ਤਰ੍ਹਾਂ ਵੀ ਰਲ ਮਿਲ ਕੇ ਕਰ ਸਕਦੇ ਆ, ਪਰ ਸਾਨੂੰ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਨਾਗਰਾ ਸਾਹਿਬ, ਜਿਵੇਂ ਮੂੰਗੀ ਦੀ ਗੱਲ ਚੱਲੀ, ਆ ਜੋ ਇੱਥੇ ਆ ਜਾਓ, ਮੂੰਗੀ ਦੀ ਗੱਲ ਚੱਲੀ, ਜੇ ਇਸ ਤਰ੍ਹਾਂ ਸਰੋਂ ਹੋ ਗਈ ਜਾਂ ਆਪਣੇ ਜਿਹੜੀਆਂ ਖਾਣ ਪੀਣ ਵਾਲੀਆਂ ਹੋਰ ਦਾਲਾਂ ਨੇ ਉਹਨਾਂ ਤੇ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹਾ MSP ਦੀ ਗਾਰੰਟੀ ਦੇ ਦਿੰਦੀ ਵੀ ਤੁਸੀਂ ਬੀਜੋ ਅਸੀਂ ਚੱਕਾਂਗੇ, ਤੇ ਕਿਵੇਂ ਲੱਗਦਾ ਕਦਮ ਸਰਕਾਰ ਦਾ? ਇਹ ਕਦਮ ਤਾਂ ਹੈਗਾ ਬਹੁਤ ਵਧੀਆ। ਅਸੀਂ ਤਾਂ ਆਪ ਸਮਾਂ ਝੋਨਾ ਛੱਡਣ 'ਚ ਰਾਜੀ ਹਾਂ ਕਿਉਂ ਸਮੱਸਿਆ ਪਾਣੀ ਦੀ ਜ਼ਿਆਦਾ ਹੋਈ ਜਾਂਦੀ ਹੈ, ਪਾਣੀ ਥੱਲੇ ਨੂੰ ਤੁਰੇ ਜਾਂਦੇ। ਇਹਦੇ ਬਾਰੇ ਜੇ ਕਹੀ ਤਾਂ ਗੌਰਮੈਂਟ ਵੀ ਨਹੀਂ ਸੋਚਦੀ। ਇੱਕ ਸਿਰਫ ਕਿਸਾਨਾਂ ਤੇ ਨਹੀਂ, ਇਹ ਗੌਰਮੈਂਟ ਦਾ ਵੀ ਕਸੂਰ ਹੈ। ਮੈਂ ਪਹਿਲਾਂ ਵੀ ਦੱਸ ਚੁੱਕਾ, ਜਿਹੜਾ ਦਰਿਆ ਦਾ ਪਾਣੀ ਆ, ਬਈਆਂ ਦਾ, ਨਾਲਿਆਂ ਦਾ ਪਾਣੀ, ਇਹਨਾਂ ਤੇ ਗੌਰਮੈਂਟ ਕਿੰਨਾ ਕੁ ਸੋਚਦੀ ਹੈ? ਇਹ ਤਾਂ ਆਪ ਗੰਦ ਵਿੱਚ ਨਹਿਰਾਂ ਦਰਿਆਵਾਂ 'ਚ ਪਾ ਕੇ ਅੱਜ ਤਾਂ ਮੈਂ ਤਾਂ
25 ਸਾਲ ਪਹਿਲਾਂ ਦਰਿਆ ਦਾ ਪਾਣੀ ਅਸੀਂ ਪੀਂਦੇ ਹੁੰਦੇ ਸੀਗੇ, ਰੇਤਾ ਲੈਣ ਗਏ। ਅੱਜ ਉੱਥੇ ਆਪਾਂ ਹੱਥ ਨਹੀਂ ਧੋ ਸਕਦੇ। ਉਹ ਕਿਹਦਾ ਕਸੂਰ ਹੈ? ਉਹ ਗਵਰਨਮੈਂਟ ਦਾ ਕਸੂਰ ਹੈ। ਪਰ ਇਹਦੇ ਬਾਰੇ ਸਿਰਫ ਕਿਸਾਨਾਂ ਤੇ ਥੋਪਿਆ ਜਾਂਦਾ ਵੀ ਕਿਸਾਨ ਪਾਣੀ ਖਤਮ ਕਰਦੇ ਆ, ਕਿਸਾਨ ਝੋਨਾ ਲਾ, ਕਿਸਾਨ ਤਾਂ ਝੋਨਾ ਲਾ ਕੇ ਖੁਸ਼ ਨਹੀਂ ਜੇ ਹੈਗਾ। ਸਰਕਾਰ ਨੇ ਥੋੜਾ ਇਨੀਸ਼ੀਏਟਿਵ ਲਿਆ ਤਾਂ ਇਹਦਾ ਕਦਮ ਦੱਸੋ ਕਿੱਦਾਂ ਰਿਹਾ? ਇਹ ਤਾਂ ਹੈ, ਅਸੀਂ ਕਹਿੰਦੇ ਵੀ MSP ਮਿਲੇ ਤੇ ਅਸੀਂ ਝੋਨਾ ਛੱਡਣ ਨੂੰ ਤਿਆਰ ਹਾਂ। ਹੁਣ ਐਤਕੀ ਵੀ ਜੇ ਕਹਿੰਦੇ ਸੁੱਕਾ ਝੋਨਾ ਹੀ ਲਾਵਾਂਗੇ, ਪਰ ਸਪਰੇਆਂ ਵਧੀਆ ਮਿਲ ਜਾਣ, ਜਿਹੜਾ ਕੱਖ ਨਾ ਹੋਵੇ, ਤੇ ਝੋਨਾ ਇਹ ਕਾਮਯਾਬ ਹੋ ਸਕਦਾ ਜੇ ਦਵਾਈਆਂ ਮਿਲਣ ਤਾਂ। ਜੀ ਧੰਨਵਾਦ। ਗੁਰਵੀਰ ਜੀ ਤੁਸੀਂ ਆਓ, ਤੁਸੀਂ ਪਿਛਲੇ ਸਾਲ 4 ਖੇਤ ਲਾਏ ਸੀ ਸਿੱਧੀ ਬਿਜਾਈ ਦੇ, ਕਿਵੇਂ ਤਜਰਬਾ ਰਿਹਾ? ਕਿੱਥੇ ਕਮੀ ਰਹਿ ਗਈ? ਤਜਰਬੇ ਦੀ ਕਮੀ ਸੀ ਕਿ ਜਾਂ ਆਪਣੀ ਕੋਈ ਜ਼ਮੀਨ ਦੇ ਵਿੱਚ ਫਰਕ ਆ? ਤਜਰਬਾ ਚਲੋ ਇਹ ਜਿੱਦਾਂ ਜਿੱਦਾਂ ਆਪਾਂ ਅੱਗੇ ਵਧਦੇ ਹਾਂ, ਤਜਰਬੇ ਆਪਣੇ ਹਰੇਕ ਸਾਲ ਹਰੇਕ ਟਾਈਮ ਤੇ ਵੱਧਦੇ ਰਹਿੰਦੇ ਆ। ਤੇ ਨਦੀਨ ਦੀ ਸਮੱਸਿਆ ਤਾਂ ਹੈਗੀ ਆ। ਹੁਣ ਗਵਰਨਮੈਂਟ ਨੂੰ ਇਹ ਚਾਹੀਦਾ ਸੀਗਾ ਵੀ ਤੁਹਾਨੂੰ ਅਸੀਂ ਨਦੀਨ ਦੀ ਜੋ ਵੀ ਹੈਗਾ, ਹੁਣ ਨਦੀਨ ਆ ਕੰਟਰੋਲ ਕਰਨ ਲਈ ਕਿਤੇ 4 ਜਾਂ 5 ਸਪਰੇਆਂ ਕਰਨੀਆਂ ਪੈ ਗਈਆਂ। ਉਹਦਾ ਇਫੈਕਟ ਕਿੱਥੇ ਆਇਆ? ਜ਼ਮੀਨ ਤੇ। ਸੋਚਣ ਵਾਲੀ ਗੱਲ ਆ। ਜ਼ਮੀਨ ਤੇ ਵੀ ਆਇਆ, ਫਸਲ ਤੇ ਵੀ ਆਇਆ। ਉਹਦੇ ਨਾਲ ਜਿਹੜੀਆਂ ਉਹ ਬਿਮਾਰੀ ਕਿਹੜੀ ਵਧੀ ਉਹਦੇ ਨਾਲ? ਜੇ ਨਦੀਨ ਨਾਸ਼ਕ ਆਪਾਂ ਇੰਨੀ ਸਪਰੇਅ ਕਰਦੇ ਆ, ਉਹਦੇ ਨਾਲ ਬਿਮਾਰੀ ਕਿਹੜੀ ਵਧੀ? ਅਲਰਜੀ ਜਾਂ ਇਹਦੇ ਨਾਲ ਹੋਰ ਵੀ ਆਪਾਂ ਨੂੰ ਹੋ ਸਕਦੀ। ਉਹ ਕਿਹ 'ਚ ਜਾਣੀ ਆ? ਇਨਸਾਨ 'ਚ ਹੀ ਜਾਣੀ ਆ। ਝੋਨਾ ਕਿਉਂ ਨਹੀਂ ਬੰਦ ਕਰਦੇ? ਕਈ ਕਾਰਨਾਂ ਦੇ ਵਿੱਚ 20-25 ਰੁਪਏ ਵਾਲਾ ਕਿਲੋ ਲਵਾ 200 ਕਿਲੋ ਨੂੰ ਵੇਚਣਾ ਝੋਨੇ ਕਰਕੇ ਵਿਕਦਾ ਆ। ਦਵਾਈਆਂ ਜਿੰਨੀਆਂ ਵਿਕਦੀਆਂ, ਜੋ ਵੀ ਆ ਕਾਲਾ ਬਾਜ਼ਾਰੀ ਹੁੰਦੀ ਆ, ਝੋਨੇ ਕਰਕੇ ਹੀ ਹੁੰਦੀ ਆ। ਆਮ ਫਸਲਾਂ ਹੋਰਾਂ 'ਚ ਇੰਨੀਆਂ ਨਹੀਂ ਸਪਰੇਆਂ ਵਰਤ ਹੁੰਦੀਆਂ ਜਿੰਨੀਆਂ ਝੋਨੇ 'ਚ ਵਰਤ। ਮੂੰਗੀ ਦਾ ਐਲਾਨ ਕੀਤਾ ਸਰਕਾਰ ਦਾ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਕੁਝ ਫਰਕ ਪਊਗਾ? ਮੂੰਗੀ ਦਾ ਦੇਖੋ ਜੀ, ਤਕਰੀਬਨ ਜੇ ਮੂੰਗੀ ਇਕੱਲੀ ਮੂੰਗੀ ਤੇ ਨਹੀਂ ਦੇ ਕੇ ਸਰਨਾ ਨਾ। ਹੁਣ ਇਹ ਮੂੰਗੀ ਦਾ ਦੇਤਾ, ਸਾਰੇ ਕਿਸਾਨ ਹੁਣ ਮੂੰਗੀ ਲਾਉਣ ਲੱਪਣਗੇ, ਉਹ ਫਿਰ ਮੂੰਗੀ ਕਿੱਥੇ ਜਾਊਗੀ? ਹਨਾ। ਚਲੋ ਕਣਕ ਜਿਹੜੀ ਆ ਆਪਣੀ ਸਰੋਂ ਆ, ਗਵਾਰਾ ਆ, ਹਰੇਕ ਫਸਲ ਤੇ ਹਰੇਕ ਨੂੰ ਜੌਨ ਵਾਈ ਵੰਡ ਦੇਣ। ਝੋਨੇ ਲਈ ਵੀ ਵੰਡ ਦੇਣ ਵੀ ਝੋਨਾ ਆਪਣੇ ਪੰਜਾਬੀ ਕਿਤੇ ਝੋਨਾ ਚੌਲ ਕਿੰਨੇ ਖਾਂਦੇ ਆ? ਸਾਰਾ ਐਕਸਪੋਰਟ ਹੀ ਹੁੰਦਾ ਆ ਬਾਹਰ। ਬਾਸਮਤੀ ਆ, ਚਲੋ ਜ਼ਿਆਦਾ ਐਕਸਪੋਰਟ ਬਾਹਰਲੇ ਦੇਸ਼ਾਂ 'ਚ ਹੁੰਦੀ ਆ। ਤੇ ਉਹਦੇ ਉੱਪਰ ਜੇ ਹੁਣ ਰੈਜ਼ੀਡੂਈ ਦਵਾਈਆਂ ਦਾ ਆਈ ਜਾਊਗਾ ਤੇ ਉਹ ਐਕਸਪੋਰਟ ਨਹੀਂ ਹੋਣੀ ਹੈਗੀ। ਜਿਹੜਾ ਸਰਕਾਰ ਨੇ ਇਨੀਸ਼ੀਏਟਿਵ ਲਿਆ ਵੀ ਕੁਝ ਫਸਲਾਂ ਤੇ ਉਹਨੇ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਹੋਰ MSP ਦੀ ਗਾਰੰਟੀ ਦੇਵਾਂਗੇ, ਮੂੰਗੀ ਤੇ ਦਿੱਤੀ ਆ ਤੇ ਗੰਨੇ ਤੇ ਵੈਸੇ ਚੱਲਦੀ ਆ, ਵੀ ਕੀ ਲੱਗਦਾ ਸਰਕਾਰ ਭਾਵੇਂ ਛੋਟਾ ਕਦਮ ਹੀ ਲਿਆ ਆ, ਕੀ ਲੱਗ ਰਿਹਾ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਕਦਮ ਵੱਡਾ ਲਊ? ਸਟੈਪ ਤਾਂ ਬਹੁਤ ਵਧੀਆ ਹੈ, ਕਿਉਂਕਿ ਝੋਨੇ 'ਚੋਂ ਸਾਨੂੰ ਨਿਕਲਣਾ ਪੈਣਾ। ਝੋਨੇ ਨੇ ਬਹੁਤ ਬਿਮਾਰੀਆਂ ਦਿੱਤੀਆਂ ਸਾਨੂੰ, ਤੇ ਸਾਡੀ ਜ਼ਮੀਨ ਵੀ ਸਾਰੀ ਬਿਮਾਰ ਕਰਕੇ ਰੱਖਤੀ ਹੈ। ਇਸ ਕਰਕੇ ਵਧੀਆ ਸਟੈਪ ਆ, ਪਰ ਇਹ ਲਈ ਇਹ ਜ਼ਿਆਦਾ ਸਪੋਰਟ ਚਾਹੀਦੀ ਸਰਕਾਰ ਵੱਲੋਂ। ਕਿਉਂਕਿ 4 ਸਾਲ ਪਹਿਲਾਂ ਮੈਂ ਮਸਰ ਬੀਜੇ ਸੀ, 2 ਖੇਤ ਮੈਨੂੰ ਫ੍ਰੀ ਸੀਡ ਦਿੱਤਾ ਸੀ KVK ਵਾਲਿਆਂ ਨੇ। ਮਸਰ ਬੀਜੇ 2 ਖੇਤ, ਲੇਬਰ ਲਾਈ, 1500 ਰੁਪਏ ਦੇ ਹੋ ਜਗਰਾਂ ਜਾ ਕੇ ਵੇਚੇ 2 ਖੇਤ। ਇਸ ਕਰਕੇ ਥੋੜ੍ਹਾ ਜਿਹਾ ਤਾਂ ਸਰਕਾਰ ਨੂੰ ਵੀ ਪੁਸ਼ ਕਰਨਾ ਪਊਗਾ। ਬਾਕੀ ਡਿਵਰਸੀਫਿਕੇਸ਼ਨ ਜ਼ਰੂਰੀ ਹੈ, ਇਹ ਹੋਣੀ ਚਾਹੀਦੀ। ਸਰਕਾਰ ਦਾ ਫੈਸਲਾ ਕਿਵੇਂ ਦੇਖਦੇ? ਬਹੁਤ ਵਧੀਆ ਫੈਸਲਾ, ਹੋਰਾਂ ਫਸਲਾਂ ਦੇ ਵੀ ਬਹੁਤ ਵਧੀਆ ਚੀਜ਼ ਹੈ। ਸਿੱਧੀ ਬਿਜਾਈ ਇਸ ਵਾਰੀ ਲੱਗਦਾ ਵੀ ਖੇਤ 2-2 ਖੇਤ ਤਜਰਬਾ ਕਰਨਗੇ ਕਿਸਾਨ? ਹਾਂ ਜ਼ਰੂਰ ਕਰਾਂਗੇ। ਮੈਂ ਤਾਂ 2 ਸਾਲ ਪਹਿਲਾਂ ਬੀਜਿਆ ਸੀਗਾ, ਉਹ ਤਾਂ ਕਾਮਯਾਬ ਨਹੀਂ ਹੋਇਆ ਕਿਉਂਕਿ ਜੌਬ ਕਰਕੇ ਥੋੜ੍ਹਾ ਟਾਈਮ ਵੀ ਘੱਟ ਮਿਲਦਾ ਸੀ। ਹੁਣ ਆਲ ਦਾ ਟਾਈਮ ਖੇਤੀ ਵਾਲੀ ਆ, ਇਸ ਕਰਕੇ ਅੱਗ ਲਾਉਣ ਵਾਲਿਆਂ ਨੂੰ ਕੀ ਸੋਚਦੇ ਵੀ ਉਹ ਫਾਇਦਾ ਜ਼ਿਆਦਾ ਉਹਨਾਂ ਦਾ ਕਿ ਨੁਕਸਾਨ ਜ਼ਿਆਦਾ, ਕੀ ਸੋਚਦੇ? ਜਿਹੜਾ ਨੁਕਸਾਨ ਵਾਲੀ ਗੱਲ ਆ, ਇਹ ਤਾਂ ਟੈਕਨੀਕਲੀ ਮਾਰ ਜ਼ਿਆਦਾ ਦੱਸਦੇ ਆ, ਪਰ ਜਿਹੜਾ ਮੇਰਾ ਨਿੱਜੀ ਤਜਰਬਾ ਹੈ, ਜਦੋਂ ਦੀ ਅੱਗ ਨਹੀਂ ਲਾਉਂਦੇ ਚੂਹਾ ਬਹੁਤ ਹੋ ਗਿਆ। ਚੂਹਾ ਬਹੁਤ ਹੋ ਗਿਆ। ਪਹਿਲਾਂ ਚੂਹਾ ਅੱਗ ਨਾਲ ਮਰ ਜਾਂਦਾ ਸੀ, ਹੁਣ ਚੂਹਾ ਬਹੁਤ ਹਰ ਫਸਲ ਨੂੰ ਪੈਂਦਾ। ਕਮਾਦ ਨੂੰ, ਕਣਕ ਨੂੰ, ਝੋਨੇ ਨੂੰ ਵੀ ਪਿਆ ਈਵਨ ਪਿਛਲੀ ਵਾਰੀ। ਉਹ ਜ਼ਿਆਦਾ ਨੁਕਸਾਨ ਦੇ ਆ। ਬਾਕੀ ਫਾਇਦੇ ਜਿਹੜੇ ਆ ਉਹ ਤਾਂ ਮਾਰ ਜ਼ਿਆਦਾ ਦੇਖ ਸਕਦੇ। ਕਿਸਾਨਾਂ ਦੇ ਤਾਂ ਅਫਸਰਾਂ ਦਾ ਮੰਨਣਾ ਆ ਕਿ ਜਿਸ ਤਰ੍ਹਾਂ ਇੱਕ ਚੇਨ ਬਣ ਕੇ ਸਰਕਾਰ ਨੇ ਇੱਕ ਉਦਮ ਕੀਤਾ ਆ ਤੇ ਉਹ ਚੇਨ ਥੱਲੇ ਤੱਕ ਕਿਸਾਨ ਤੱਕ ਜਾਵੇਗੀ ਤਾਂ ਕਿਸਾਨ ਦੀਆਂ ਗਰਾਊਂਡ ਤੇ ਕੀ ਸਮੱਸਿਆਵਾਂ ਆ, ਉਹ ਸਮੱਸਿਆ ਨੂੰ ਅਫਸਰ ਜਦੋਂ ਸਰਕਾਰ ਦੇ ਮੂਹਰੇ ਜਾ ਕੇ ਟੇਬਲ ਤੇ ਰੱਖਣਗੇ ਤੇ ਉਹਦੇ ਹਿਸਾਬ ਨਾਲ ਨੀਤੀਆਂ ਬਣਨਗੀਆਂ, ਸਕੀਮਾਂ ਬਣਨਗੀਆਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਝੋਨੇ ਤੋਂ ਪੱਲਾ ਛਡਾਉਣਾ ਆ ਜਾਂ ਪਾਣੀ ਦੀ ਬਚਤ ਕਰਨੀ ਆ, ਵਾਤਾਵਰਨ ਦੀ ਆਪਾਂ ਸੰਭਾਲ ਕਰਨੀ ਆ, ਤੇ ਕਿਸਾਨ ਇਸ ਵਕਤ ਬਹੁਤਾਤ ਲੋਕਾਂ ਨਾਲ ਜਦੋਂ ਗੱਲ ਹੁੰਦੀ ਤਾਂ ਉਹ ਤਿਆਰ ਨੇ, ਪਰ ਉਹਨਾਂ ਨੂੰ ਸਿਰਫ ਇੰਨਾ ਕਿਹਾ ਵੀ ਜਿਹੜੀਆਂ ਹੋਰ ਫਸਲਾਂ ਆ ਉਹ ਬਲੋਕ ਵਾਈਜ਼ ਵੰਡ ਕੇ, ਖਿੱਤੇ ਵਾਈਜ਼ ਵੰਡ ਕੇ ਕਿਹੜੇ ਖਿੱਤੇ ਵਿੱਚ ਕਿਹੜੀ ਫਸਲ ਚੰਗੀ ਹੁੰਦੀ ਆ, ਕਿਤੇ ਆਲੂ ਚੰਗਾ ਹੁੰਦਾ, ਕਿਤੇ ਮੱਕੀ ਚੰਗੀ ਹੁੰਦੀ ਆ, ਕਿਤੇ ਅਰਬੀ ਹੁੰਦੀ ਆ, ਕਿਤੇ ਕੋਈ ਹੋਰ ਸਬਜ਼ੀਆਂ ਹੁੰਦੀਆਂ ਆ, ਉਹ ਸਾਰਾ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਖਿੱਤੇ ਵਾਈਜ਼ ਵੰਡ ਕੇ ਸਰਕਾਰ ਇੱਕ ਨਿਰਧਾਰਿਤ ਕਰ ਦੇਵੇ ਕਿ ਇਸ ਖਿੱਤੇ 'ਚ ਆਹੀ ਫਸਲ ਲੱਗੇਗੀ ਤੇ ਸਾਰਿਆਂ ਦੀ ਜਦੋਂ ਵੰਡ ਦੇ ਨਾਲ ਗਰੰਟੀ ਹੋਊਗੀ ਕਿ ਸਾਡੀ ਫਸਲ ਖਰੀਦੀ ਜਾਊਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਨਾਲ ਜਿਹਨਾਂ 2-4 ਪੂਰਾ ਪੰਜਾਬ ਹੋ ਰਿਹਾ ਇਹ ਤੋਂ ਹੱਲ ਹੋ ਸਕਦਾ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹ ਅੱਗੇ ਹੋ ਕੇ ਕਿੱਦਾਂ ਦਾ ਇਨੀਸ਼ੀਏਟਿਵ ਲੈਂਦੀ ਆ। ਜੁੜੇ ਰਹੋ ਪੰਜਾਬੀ ਨੈਸ਼ਨਲ TV ਨਾਲ। ਕੈਮਰਾਮੈਨ ਸੁਖਵਿੰਦਰ ਦੇ ਨਾਲ ਗੁਰਨਾਮ ਸਿੰਘ ਬਿਲਗਾ, ਨੂਰ ਮਹਿਲ ਤੋਂ।